चलो। अस्सलाम वालेकुम नाज़रीन, मैं हूं आपका मेज़बान सजाद अली और आज मैं मौजूद हूं सियालकोट में। नाज़रीन, हालिया बारिशों और सैलाबी रेलों से जितनी सियालकोट को जितना नुकसान पहुंचा है, आइए इसका जायज़ा लेंगे और आपको दिखाएंगे SNN न्यूज़ की स्क्रीन पर। तो इस टाइम पर मैं मौजूद हूं बडियाना में, जहां पर गुज़श्ता रात जो है सैलाबी रेले की वजह से 2 मंजिला बिल्डिंग जो है वो गिर कर बिल्कुल तबाह हो चुकी है। अगर मेरे अकब में आप देख सकें तो यही है वो 2 मंजिला बिल्डिंग जो शराबी रेले की नज़र हो गई। और ये रेला इतनी शिद्दत के साथ यहाँ पर इस बिल्डिंग को टकरा रहा था, जिसने 2 मंजिला बिल्डिंग, जिसमें प्लाजा भी था, जिसमें गाड़ियों का शोरूम भी था और ऊपर जो है वो रिहाइशें बनी हुई थी, जो बिल्कुल इस टाइम पर जो है मिट्टी का ढेर बन चुकी हैं। ये अगर आप देख सके तो मेरे अकब में जो बिल्डिंग है ये बिल्कुल इस टाइम पर ख़त्म हो चुकी है। ये सैलाबी रेले की नज़र हो चुकी है, जो हालिया बारिशों और भारत की तरफ से जो छोड़ा गया पानी था, जिसमें सियालकोट बर से लेकर पूरे पंजाब को बहुत ज़्यादा नुकसान हुआ है। और आइए हम आपको सियालकोट के मनाज़र दिखाएंगे कि सियालकोट में सैलाब ने कहाँ कहाँ पर तबाही मचाई है और लोगों के क्या नुकसानात हुए हैं। शराज साहब, पानी जो आया ਤੁਹਾਡੇ ਘਰ ਦੇ ਵਿੱਚ, ਉਸ ਟਾਈਮ ਤੇ ਤੁਸੀਂ ਕਿੱਥੇ ਸੋ? ਮੈਂ ਘਾਹ 'ਚ ਲੇਟਿਆ ਹਾਂ ਤੇ ਤਕਰੀਬਨ ਸਾਰੀ ਟਾਈਮ ਮੇਰੀ ਅੱਖ ਖੁੱਲੀ ਹੈ ਤੇ ਪਾਣੀ ਇੱਧਰਲੀ ਪਾਰ ਕਰਕੇ ਅੰਦਰ ਆ ਚੁੱਕਿਆ ਹੈ। ਠੀਕ ਹੈ, ਤੇ ਉਸ ਟਾਈਮ ਮੈਂ ਸਿਰਫ ਆਪਣੇ ਬੱਚੇ ਬਚਾ, ਮੇਰੀ ਬੀਵੀ ਨੂੰ ਤੇ ਆਪਣੇ ਬੱਚਿਆਂ ਨੂੰ ਲੈ ਕੇ ਨਿਕਲਿਆ ਵਾਂ। ਬਹੁਤ ਮੁਸ਼ਕਲ ਨਿਕਲਿਆ ਵਾਂ। ਸਮਾਨ ਚੁੱਕਣ ਦਾ ਮੌਕਾ ਹੀ ਨਹੀਂ ਮਿਲਿਆ। ਬਾਹਰੋਂ ਤਾਲਾ ਆਇਆ ਵੇ, ਬਹੁਤ ਮੁਸ਼ਕਲ। ਇੱਥੋਂ ਤੱਕ ਪਾਣੀ ਪਹੁੰਚ ਗਿਆ ਜਦੋਂ ਮੈਂ ਸੁਬਾਹ ਉੱਠਿਆ ਵਾਂ। ਠੀਕ ਹੈ, ਉਸ ਤੋਂ ਬਾਅਦ ਮੈਂ ਜਦੋਂ ਦੁਬਾਰਾ ਆਇਆ ਪਾਣੀ ਵੇਖਣ ਵਾਸਤੇ, ਇੱਥੋਂ ਤੱਕ ਪਾਣੀ ਗਿਆ ਸੀ। ਇਹ ਮੇਰੀ ਗਰਦਨ ਜਿਹੜੀ ਇੱਥੋਂ ਤੱਕ ਪਾਣੀ ਸੀ। ਇਸ ਘਰ ਦੇ ਅੰਦਰ ਇੰਨਾ ਪਾਣੀ ਸੀ। ਠੀਕ ਹੈ, ਤੇ ਮੈਂ ਆਪਣੀਆਂ ਚੀਜ਼ਾਂ ਵੇਖ ਕੇ, ਤਰਦੀਆਂ ਚੀਜ਼ਾਂ ਵੇਖ ਕੇ, ਸਮਾਨ ਹਕੀਕਤ ਕਿ ਹਰ ਚੀਜ਼ ਮੇਰੀ ਤਰਦੀ ਪਈ ਪਾਣੀ ਦੇ ਵਿੱਚ। ਠੀਕ ਹੈ, ਮੈਂ ਉੱਥੇ ਬਾਹਰ ਖਲੋ ਕੇ ਵੇਖਿਆ, ਅੰਦਰ ਮੈਂ ਨਹੀਂ ਆ ਸਕਿਆ। ਠੀਕ ਹੈ, ਉੱਥੇ ਮੇਰੇ ਬਾਹਰ ਖਲੋਤੇ ਮੇਰੇ ਇੰਨਾ ਪਾਣੀ ਸੀ, ਇੱਥੇ ਆ ਕੇ ਇੰਨਾ ਪਾਣੀ ਮੇਰੇ ਕੋਲ ਨਹੀਂ ਆਇਆ ਗਿਆ ਅੰਦਰ। ਠੀਕ ਹੈ, ਇਹ ਨਿਸ਼ਾਨ ਤੁਸੀਂ ਵੇਖ ਸਕਦੇ ਹੋ ਕਿੰਨਾ ਪਾਣੀ ਸੀ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਸਰ ਵੇਖੋ, ਤੁਹਾਡੇ ਸਾਹਮਣੇ ਕੁਝ ਵੀ ਨਹੀਂ ਹੈ। ਸਭ ਕੁਝ ਤਬਾਹ ਹੋ ਗਿਆ। ਠੀਕ ਹੈ, ਸਮਾਨ ਮੇਰਾ ਫਰਨੀਚਰ ਸੀ, ਉਹ ਰੂਈ ਬਣ ਗਿਆ। ਤਾਂ ਮੈਂ ਦਿਖਾ ਦੇਣਾ, ਚੈੱਕ ਕਰੋ, ਉਹ ਸਾਰਾ ਰੂਈ ਬਣ ਕੇ ਨਾ ਮਿੱਟੀ ਹੋ ਗਿਆ। ਕੋਈ ਚੀਜ਼ ਨਹੀਂ ਜੇ ਬਚੀ ਹੈ। ਤੁਹਾਡੇ ਸਾਹਮਣੇ ਕੀ ਹਾਲ ਬੇਹਾਲ ਹੋਇਆ ਮੈਂ। ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਇਹੀ ਕਹਿਣਾ ਚਾਹ ਰਿਹਾ ਹਾਂ ਕਿ ਮੈਂ ਗਰੀਬ ਆਦਮੀ ਹਾਂ ਤੇ ਮੇਰੇ ਤੇ ਮਿਹਰਬਾਨੀ ਕੀਤੀ ਜਾਏ, ਜਾਂ ਮੇਰਾ ਨੁਕਸਾਨ ਹੋਇਆ ਮੇਰਾ ਜ਼ਾਲਾ ਕੀਤਾ ਜਾਏ। ਮੈਂ ਇੱਕ ਮਿਹਨਤ ਮਜ਼ਦੂਰੀ ਕਰਨ ਵਾਲਾ ਆਦਮੀ ਹਾਂ। ਠੀਕ ਹੈ, ਦਿਹਾੜੀ ਲਾ ਕੇ ਤੇ ਮੈਂ ਬੱਚਿਆਂ ਨੂੰ ਰੋਟੀ ਖਵਾਉਣਾ, ਤੇ ਮੈਂ ਕਿਸ ਤਰ੍ਹਾਂ ਪੂਰਾ ਕਰ ਸਕਦਾ? ਮੇਰੇ ਕੋਲ ਤੇ 4 ਰੁਪਏ ਵੀ ਨਹੀਂ ਸੌਣ ਵਾਸਤੇ ਆਇਆ। ਇਹ ਬੈੱਡ ਸੀ, ਉਹ ਵੀ ਟੁੱਟ ਗਿਆ। ਕਿੰਨੇ ਬੱਚੇ ਨੇ ਤੁਹਾਡੇ? ਮੇਰੀਆਂ 2 ਬੇਟੀਆਂ। 2 ਬੇਟੀਆਂ ਨੇ। ਹੁਣ ਕਿੱਥੇ ਰਹਿ ਰਹੇ? ਮੈਂ ਆਪਣੀ ਮਸ਼ੀਰਾ ਘਰ। ਔਰ ਘਰ ਦਾ ਕੋਈ ਸਮਾਨ ਨਹੀਂ ਬਚਿਆ? ਨਹੀਂ, ਕੋਈ ਸਮਾਨ ਨਹੀਂ। ਦੇਖੋ ਤੁਹਾਡੇ ਸਾਹਮਣੇ ਜੇ ਕੋਈ ਸਮਾਨ ਨਹੀਂ ਹੈਗਾ। ਮੈਂ ਕੱਲ ਆ ਕੇ ਇੱਥੇ ਸਾਰਾ ਪਾਣੀ ਬਾਹਰ ਕੱਢਿਆ ਵੇ, ਮੋਟਰ ਲੈ ਕਿਸੇ ਕੋਲੋਂ ਨਾ ਸਾਰਾ ਪਾਣੀ ਬਾਹਰ ਨਿਕਾਲ ਲਿਆ। ਪਾਣੀ ਬਾਹਰ ਨਿਕਾਲ ਕੇ ਇੱਥੇ ਜੇ ਸੋਫੇ ਵਗੈਰਾ ਪਏ ਸਨ ਤੇ ਬੈੱਡ ਪਿਆ ਸੀ ਉਹ ਪਿਆ ਦਾ ਵੇ, ਤੇ ਡਰੈਸਿੰਗ ਵਗੈਰਾ ਸੀ ਉਹ ਸਾਰੀ ਝੁੱਕ ਕੇ ਉਹ ਬਾਹਰ ਸੁੱਟੀ ਦੀ। ਉੱਥੇ ਤੁਸੀਂ ਵੇਖ ਸਕਦੇ ਹੋ, ਵੀਡੀਓ ਬਣਾ ਲਓ। ऐसे साइड पे नुक्कड़ पे गया सारा सामान। जी नाज़रीन, मेरे साथ ये भाई साहब थे जिनका पूरा घर जो है सैलाबी रेले की नज़र हो गया। हर चीज़ तबाह बर्बाद हो गई। एक गरीब आदमी किस तरह से अपना दोबारा से ये हर चीज़ बनाएगा? ये कह ले कि हर गरीब आदमी की पहुंच से दूर है। इस गुर्बत के दौर में 2 वक्त की रोटी, अपने बच्चों का पेट पालना बहुत मुश्किल हो चुका था। लेकिन ये सैलाबी जो आबी जारियत जो बारिश की तरफ से हुई और जितना नुकसानात पूरे पंजाब में हुआ, और उसके मनाज़र आप देख रहे हैं कि अब सैलाब का पानी उतरने के बाद हमको और नज़र आएगा, आप सबको नज़र आएगा कि इस सैलाब ने कितनी तबाहकारियां मचाई और कितने घर जो हैं वो बिल्कुल इस टाइम पर इस सैलाब की नज़र हो गए, और जिनका कीमती सामान, इशियात, फर्नीचर, हर चीज़ जो है ख़त्म हो चुकी है। आइए नाज़रीन, इस बस्ती के दूसरे लोगों का भी हाल पूछते हैं कि वो किस हाल में है और क्या नुकसानात हुए हैं। जी, मेरे नाल इस टाइम सैलाब ਦੇ ਮੁਤਾਸਰੀਨ ਇੱਕ ਫੈਮਿਲੀ ਹੈ ਜਿਨ੍ਹਾਂ ਦੇ ਘਰ ਦੇ ਵਿੱਚ 4-4 ਫੁੱਟ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ। ਆਓ ਇਹਨਾਂ ਨੂੰ ਪੁੱਛਦੇ ਹਾਂ ਕਿ ਕਿਸ ਹਾਲ 'ਚ ਨੇ ਔਰ ਕੀ ਕਹਿਣਾ ਚਾਹੁੰਦੇ ਨੇ। अस्सलाम वालेकुम। ਅਸੀਂ ਜੀ ਇੱਥੇ 20 ਸਾਲ ਰਹੇ ਦੇ ਕਿਰਾਏ ਤੇ। ਤੇ ਉਸ ਤੋਂ ਬਾਅਦ ਅਸੀਂ 3-4 ਸਾਲ ਹੋਏ ਨੇ ਇੱਥੇ ਆਇਆ। ਮੇਰੀ ਬੱਚੀ ਦਾ ਸਮਾਨ ਪਿਆ ਹਜੇ, ਮੇਰੀਆਂ ਨੂੰਹਾਂ ਦਾ ਹਜੇ। ਸਾਡੇ ਘਰ ਕੋਈ ਚੀਜ਼ ਨਹੀਂ ਰਹੀ। ਕੰਧਾਂ ਵੀ ਪੱਟ ਗਈਆਂ ਨੇ, ਮਕਾਨ ਸਾਰਾ ਫਨਾਹ ਹੋ ਗਿਆ, ਘਰ ਵੀ ਸਾਰਾ ਦਾ ਜਿੰਨਾ ਸਮਾਨ ਸੀ ਨੂੰਹਾਂ ਦਾ ਸਾਰਾ ਬਰਬਾਦ ਹੋ ਗਿਆ।
ਕੋਈ ਚੀਜ਼ ਨਹੀਂ, ਪਾਣੀ ਪੀਣ ਨੂੰ ਵੀ ਇੱਥੇ ਕੋਈ ਨਹੀਂ ਜੇ। ਅਸੀਂ ਬੜੇ ਇੱਥੇ 3-4 ਦਿਨ ਫਸੇ ਰਹੇ ਜੇ, ਸਾਨੂੰ ਕਿਸੇ ਤਰੀਕੇ ਅਸੀਂ ਆ ਕੇ ਕੱਢਿਆ ਨਹੀਂ। ਅਸੀਂ ਕਿਸੇ ਵਾਹਤ ਦੇ ਨਾਲ ਇੱਥੋਂ ਬਾਹਰ ਨਿਕਲੇ ਜੇ। ਤੇ ਸਾਡੀ ਲਿਹਾਜ਼ਾ ਮਦਦ ਕਰੋ, ਅਸੀਂ ਘਰ ਵੀ ਨਹੀਂ ਆਉਣ ਜੋਗੇ, ਕੰਧਾਂ ਪੜ ਗਈਆਂ, ਪਾਣੀ ਦਾ ਕੋਈ ਇੱਥੇ ਨਹੀਂ ਇੰਤਜ਼ਾਮ, ਕੁਛ ਵੀ ਨਹੀਂ ਜੇ ਹੈ। ਤੇ ਅਸੀਂ ਇੰਨੇ ਸਾਲ ਕਿਰਾਏ ਤੇ ਰਹੇ ਆ, ਤੇ ਬੱਚੇ ਛੋਟੇ ਛੋਟੇ ਮੈਂ ਪਾਲੇ ਨੇ, ਮਜ਼ਦੂਰੀ ਮੇਰਾ ਆਦਮੀ ਕਰਦਾ ਜੇ। ਕਿੰਨੀਆਂ ਨੂੰਹਾਂ ਦਾ ਜਹੇਜ਼ ਸੀ ਜਿਹੜਾ ਖਰਾਬ ਹੋ ਗਿਆ? ਕਿੰਨਾ ਚੋਂ ਨੂੰਹਾਂ ਦਾ ਹਜੇ, ਧੀ ਮੇਰੀ ਦਾ ਵਿੱਚ ਜੇ ਹਜੇ ਉਹ ਲੈਣ ਆਈ ਸੀ, ਤੇ ਅੱਗੋਂ ਪਾਣੀ ਪੈ ਗਿਆ, ਮੇਰੀ ਧੀ ਵੀ ਮਜਬੂਰ ਇੱਥੇ ਹੀ ਰੋਣ ਡਈ ਹੈ, ਤੇ ਅਸੀਂ ਵੀ ਇੱਥੇ ਹੀ ਹਜੇ ਫਸੇ, ਤੇ ਹੁਣ ਸਾਹੀ ਉਹ ਸਕੂਲ 'ਚ ਰਹਿਣ ਡਏ ਜੇ। ਨਾ ਕੋਈ ਖਾਣ ਨੂੰ ਚੀਜ਼, ਨਾ ਕੋਈ ਪੀਣ ਨੂੰ, ਕਿਸੇ ਨੇ ਲੋਕਾਂ ਨੇ ਸਾਨੂੰ ਮਦਦ ਕਰਕੇ ਤੇ ਦਿੱਤੀ, ਅਸੀਂ ਇੱਕ ਇੱਥੋਂ ਬਰਤਨ ਨਹੀਂ ਕੱਢਣ ਜੋਗੇ ਰਹੇ, ਤਾਂ ਅਸੀਂ ਬੜੇ ਮਜਬੂਰ ਹੋਏ ਆ ਅੱਛਾ, ਹੁਣ। ਜਿਸ ਦਿਨ ਪਾਣੀ ਆਇਆ ਸੀ ਉਸ ਹਾਂਜੀ। ਦਿਨ ਕਿਸ ਤਰ੍ਹਾਂ ਇੱਥੋਂ ਨਿਕਲੇ ਸੋ? ਅਸੀਂ ਬੜੇ ਮੁਸ਼ਕਲ ਨਿਕਲੇ ਜੇ, ਸਾਨੂੰ ਸੀ ਕਿ ਥੋੜਾ ਪਾਣੀ, ਮੇਰਾ ਆਦਮੀ ਆਂਦਾ ਸੀ ਥੋੜਾ ਹੀ ਪਾਣੀ ਆਉਣਾ, ਇਸ ਘਰ 'ਚ ਨਹੀਂ ਵੜ ਸਕਦਾ। ਅਸੀਂ ਆਖਿਆ ਠੀਕ ਹੈ। ਜਦੋਂ ਸ਼ਾਮ ਪੈਣ ਲੱਗੇ, ਪਾਣੀ ਇੱਕਦਮ ਸਾਡੇ ਫਿਰ ਅੰਦਰਾਂ 'ਚ ਵੜਨ ਡੈ ਪਿਆ ਨਾ, ਫਿਰ ਅਸੀਂ ਰੌਲਾ ਪਾਇਆ ਕਿ ਬਚਾਓ ਸਾਨੂੰ, ਉਹ ਮਨ ਵਾਲਿਆਂ ਨੂੰ ਫੋਨ ਕੀਤਾ, ਸਾਨੂੰ ਆਣ ਕੇ ਬਚਾ ਲਓ, ਬੜਾ ਪਾਣੀ ਤਾਂ ਚੜ ਗਿਆ, ਇੱਥੋਂ ਨਿਕਲਣ ਜੋਗੇ ਨਹੀਂ, ਅਸੀਂ ਫਿਰ ਇੱਥੇ ਹੀ ਫਸੇ ਰਹੇ ਜੇ। ਬੜੀ ਮੁਸ਼ਕਲਾਂ ਨਾਲ ਮੇਰੇ ਪੁੱਤਰਾਂ ਨੇ ਸਾਨੂੰ ਇੱਥੋਂ ਕੱਢਿਆ ਹੈ। ਕੋਈ ਸਾਡੇ ਇੱਥੇ ਰੱਸੇ ਪਾ ਕੇ ਬੱਚਿਆਂ ਨੂੰ ਫਿਰ ਛਾਪਰਾਂ 'ਚ ਪਾ ਮੇਰੇ ਪੁੱਤਰਾਂ ਨੇ ਕੱਢਿਆ ਸਾਨੂੰ। ਅਸੀਂ ਬੜੇ ਮੁਸ਼ਕਲ ਇੱਥੋਂ ਨਿਕਲੇ ਆ। ਲੈ ਕੇ ਛਾਪਰਾਂ 'ਚ ਮੇਰੇ ਪੁੱਤਰ ਤੇ ਪਿੱਛੇ ਪਾਪਾ ਸਾਨੂੰ ਕੱਢਿਆ ਸੀ। ਬੜੇ ਮੁਸ਼ਕਲ ਬੱਚਿਆਂ ਨੂੰ, ਕੋਈ ਬੰਨ ਵਾਲਾ ਵੀ ਨਹੀਂ ਬਚਾਉਣ। ਮੇਰੀ ਧੀ ਫੋਨ ਕਰਦੀ ਤੇ ਬਚਾਓ ਸਾਨੂੰ, ਆ ਕੇ ਕਹਿੰਦੇ ਨਹੀਂ ਮਸਰੂਫ ਆ, ਤਾਂ ਅਸੀਂ ਬੜੇ ਮੁਸ਼ਕਲ ਬਚੇ ਜੇ ਇੱਥੋਂ। ਤੇ ਸਮਾਨ ਸਾਰਾ ਹੀ ਤੁਹਾਡੇ ਸਾਹਮਣੇ ਜੋ ਹੋ ਗਿਆ ਜੀ, ਵੇਖ ਲਓ। ਕਿੰਨੀ ਦੇਰ ਬਾਅਦ ਦੁਬਾਰਾ ਆਪਣੇ ਘਰ ਚ ਆਏ ਸੋ? ਅਸੀਂ 3-4 ਦਿਨ ਬਾਅਦ ਆਏ ਆ। ਕੀ ਵੇਖਿਆ ਜਦੋਂ ਦੁਬਾਰਾ ਆਏ ਅਸੀਂ ਘਰ? ਵੇਖਿਆ ਤੇ ਕੁਛ ਹੈ ਨਹੀਂ ਹਜੇ ਇੱਥੇ, ਕੱਖ ਵੀ ਨਹੀਂ, ਸਾਰਾ ਗਲਿਆ ਫਲਿਆ। ਤੁਹਾਨੂੰ ਤਸਵੀਰ ਵੀ ਅੱਗੇ ਵਿਖਾਈ ਹੈ ਕਿ ਵੇਖ ਲਓ ਕੀ ਸਾਡੇ ਨਾਲ ਬਣਿਆ ਜੇ, ਗੁਜ਼ਰੀ ਹੈ ਸਾਡੇ ਉੱਤੇ। ਤੇ ਸਾਰੇ ਰੋਂਦੇ ਆ ਹਜੇ। ਮੇਰਾ ਤੇ ਸਗੋਂ ਮੇਰਾ ਆਦਮੀ ਵੀ ਜਿਹੜਾ ਨਾ, ਉਹਨੂੰ ਵੀ, ਉਹਦਾ ਵੀ ਅਟੈਕ ਹੋ ਚੱਲਾ ਸੀ ਜਦੋਂ ਅਸੀਂ ਪਾਣੀ 'ਚ ਡੁੱਬੇ ਆ। ਅਸੀਂ ਉਹਨੂੰ ਮਸਾਂ ਫਿਰ ਪਾਣੀ ਪੂਣੀ ਮੇਰੀ ਧੀ ਨੇ ਪਾ ਕੇ ਤੇ ਹੋਸ਼ ਕਰਾਈ ਏ। ਮੈਂ ਵੀ ਇਸ ਤਰ੍ਹਾਂ ਹੀ ਹੋ ਗਈ ਸਾਂ, ਮੇਰਾ ਅੱਗੇ ਬਲੱਡ ਤੇਜ਼ ਹੁੰਦਾ ਜਿਹੜਾ, ਤੇ ਮੈਂ ਵੀ ਬਿਮਾਰ ਹੋ ਗਈ। ਫਿਰ ਇਹਨਾਂ ਮੈਨੂੰ ਹੋਸ਼ ਕਰਾ ਕੇ ਨਾ ਆਖਿਆ ਵੀ ਇਸ ਤਰ੍ਹਾਂ ਨਾ ਕਰ, ਜੇ ਇੱਥੋਂ ਤੁਸੀਂ ਨਾ ਨਿਕਲੇ ਤਾਂ ਫਿਰ ਅਸੀਂ ਵੀ ਇੱਥੇ ਮਰ ਜਾਣਾ ਹੈ। ਵਾਲਦਾ ਘਰ ਦਾ ਇੱਕ ਛੱਤ ਇੱਕ ਸਾਇਆ ਹੁੰਦੇ ਨੇ। ਹਾਂਜੀ। ਉਸ ਵਾਲਦਾ ਦੇ ਆਂਸੂ ਦੇਖ ਕੇ ਕਲੇਜਾ ਫਟ ਰਿਹਾ ਹੈ, ਜਿਨ੍ਹਾਂ ਨੇ ਮਿਹਨਤ ਮਜ਼ਦੂਰੀਆਂ ਕਰਕੇ ਬੜੀ ਮੁਸ਼ਕਲ ਦੇ ਨਾਲ 20 ਸਾਲ ਕਿਰਾਏ ਤੇ ਗੁਜ਼ਾਰਨ ਤੋਂ ਬਾਅਦ ਆਪਣਾ ਇਹ ਘਰ ਬਣਾਇਆ। ਇਸ ਘਰ ਦੇ ਵਿੱਚ ਆਏ, ਆਪਣੇ 2 ਬੇਟਿਆਂ ਦੀ ਸ਼ਾਦੀ ਕੀਤੀ, ਜਿਹੜਾ ਨੂੰਹਾਂ ਦਾ ਜਹੇਜ਼ ਵੀ ਉਹ ਦੱਸ ਰਹੇ ਨੇ ਕਿ ਸਾਰਾ ਤਬਾਹ ਹੋ ਗਿਆ। ਸਭ ਤੋਂ ਦਰਦਨਾਕ ਜਿਹੜੀ ਗੱਲ ਏ, ਇਹਨਾਂ ਨੇ ਥੋੜੀ ਦੇਰ ਪਹਿਲੇ ਆਪਣੀ ਬੇਟੀ ਦੀ ਸ਼ਾਦੀ ਕੀਤੀ। ਉਸ ਬੇਟੀ ਦੀ ਸ਼ਾਦੀ ਦਾ ਜਹੇਜ਼ ਹਜੇ ਤੱਕ ਆਪਣੇ ਬਾਪ ਦੇ ਘਰ 'ਚ ਪਿਆ ਸੀ। ਉਹ ਬੇਟੀ ਬੜੇ ਚਾਵਾਂ ਤੇ ਖੁਸ਼ੀਆਂ ਦੇ ਨਾਲ ਆਪਣਾ ਜਹੇਜ਼ ਲੈਣ ਆਈ ਸੀ ਕਿ ਮੈਂ ਆਪਣਾ, ਜਿਹੜਾ ਮੇਰੇ ਵਾਲਿਦੈਨ ਨੇ ਮੈਨੂੰ ਸਮਾਨ ਜਹੇਜ਼, ਮੇਰੀ ਮਾਂ ਨੇ ਤਿਨਕਾ ਕਰਕੇ ਜੋ ਕੁਝ ਮੇਰੇ ਵਾਸਤੇ ਬਣਾਇਆ ਹੈ, ਮੈਂ ਆਪਣੇ ਖਾਵੰਦ ਦੇ ਘਰ ਲੈ ਕੇ ਜਾਵਾਂਗੀ। ਲੇਕਿਨ ਉਹ ਇੱਥੇ ਸਲਾਬ ਦੇ ਵਿੱਚ ਆ ਕੇ ਫਸ ਗਈ, ਜਿਹਦਾ ਸਾਰਾ ਜਹੇਜ਼ ਤਬਾਹ ਹੋ ਗਿਆ। ਮੇਰੇ ਨਾਲ ਉਹ ਬੇਟੀ ਏ, ਆਓ ਇਸ ਬੇਟੀ ਕੋ ਪੁੱਛਨੇ ਆ ਕਿ ਇਸ ਬਾਰੇ 'ਚ ਕੀ ਕਹਿਣਾ ਚਾਹੇਗੀ। ਹਾਂਜੀ ਬੱਚੇ, ਕੀ ਹੋਇਆ ਸੀ ਜਦੋਂ ਤੁਸੀਂ ਆਏ ਤੇ ਤੁਹਾਡਾ ਜਹੇਜ਼ ਇੱਥੇ ਹੀ ਪਿਆ ਸੀ? ਹਾਂਜੀ, ਮੇਰਾ ਜਹੇਜ਼ ਇੱਥੇ ਹੀ ਪਿਆ ਸੀ। ਬਹੁਤ ਮੁਸ਼ਕਿਲ ਨਾਲ ਪਹਿਲੇ ਅੱਬੂ ਕਿਰਾਏ ਤੇ ਰਹਿੰਦੇ ਰਹੇ, ਭਾਈ ਵੀ ਮਜ਼ਦੂਰੀ ਕਰਦੇ ਰਹੇ, ਸ਼ਾਦੀ ਕਰ ਦਿੱਤੀ ਤੇ ਜਹੇਜ਼ ਨਹੀਂ ਹਨ ਦੇ ਸਕਦੇ। ਕਾਫੀ ਅਰਸੇ ਤੋਂ ਬਾਅਦ ਉਹਨਾਂ ਮੇਰਾ ਜਹੇਜ਼ ਬਣਾਇਆ ਤੇ ਹੁਣ ਮੈਂ ਲੈਣ ਆਈ ਹਾਂ, ਉਹ ਸਾਰਾ ਖਰਾਬ ਹੋ ਗਿਆ ਹੈ। ਕੋਈ ਚੀਜ਼ ਨਹੀਂ ਬਚੀ। ਮੇਰੀ ਭਾਬੀਆਂ, 4 ਭਾਬੀਆਂ ਨੇ, ਚਾਰੋਂ ਭਾਬੀਆਂ ਦਾ ਸਮਾਨ ਵੀ ਸਾਰਾ ਖਰਾਬ ਹੋ ਗਿਆ ਤੇ ਘਰ ਵੀ, ਉਹਦੇ 'ਚ ਵੀ ਸਾਰੀ ਦਰਾਰਾਂ ਆ ਗਈਆਂ ਨੇ। 20 ਸਾਲ ਤੋਂ ਬਾਅਦ ਮੇਰੇ ਅੱਬੂ ਨੇ ਮਜ਼ਦੂਰੀ ਕਰਕੇ, ਮੇਰੇ ਭਾਈਆਂ ਨੇ ਬਹੁਤ ਮਿਹਨਤ ਕਰਕੇ ਇਹ ਘਰ ਬਣਾਇਆ ਸੀ, ਜਿਹੜਾ ਸਾਰਾ ਖਰਾਬ ਹੋ ਗਿਆ ਹੈ। ਬੱਚਿਆਂ ਦਾ ਕੱਪੜਾ, ਬੱਚਿਆਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ। ਸਾਡੀ ਆਈ ਅਪੀਲ ਹੈ ਕਿ ਸਾਡੀ ਮਦਦ ਕੀਤੀ ਜਾਏ। ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ। ਮੇਰੇ ਅੱਬੂ ਨੇ ਬਹੁਤ ਮਿਹਨਤ ਕੀਤੀ ਹੈ, ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਤੇ ਅਸੀਂ ਸਾਰੀ ਜ਼ਿੰਦਗੀ ਕਿਰਾਏ ਤੇ ਹੀ ਰਹੇ ਹਾਂ। ਹੁਣ ਮੇਰੇ ਅੰਮੀ ਅੱਬੂ ਖੁਸ਼ ਹਨ ਕਿ ਸਾਡਾ ਆਪਣਾ ਘਰ ਬਣ ਗਿਆ ਹੈ, ਤੇ ਪਰ ਸਾਨੂੰ ਇਹ ਨਹੀਂ ਪਤਾ ਕਿ ਇਸ ਤਰ੍ਹਾਂ ਹੋ ਜਾਣਾ ਹੈ। ਸਾਨੂੰ ਖਤਰਾ ਹੈ ਕਿ ਆ ਡਿੱਗ ਪੈਣਾ। ਸਾਰੇ ਆਖਦੇ ਨੇ ਤੁਸੀਂ ਉਸ ਘਰ 'ਚ ਨਹੀਂ ਜਾਣਾ। ਹੁਣ ਅਸੀਂ ਕਿੱਥੇ ਜਾਈਏ ਦੱਸੋ? ਨਾ ਕੋਈ ਪੈਸਾ, ਨਾ ਕੋਈ ਧੇਲਾ ਹੈ, ਨਾ ਕੋਈ ਬੱਚੇ ਕੰਮ ਕਰਦੇ ਨੇ, ਸੜਕਾਂ ਬੰਦ ਹੋਈਆਂ ਨੇ, ਅਸੀਂ ਇਸ ਤਰ੍ਹਾਂ ਹੀ ਬੈਠੇ ਹਾਂ ਜੀ। ਸਾਨੂੰ ਇਹ ਵਿਚਾਰੇ ਕਾਰੀ ਸਾਹਿਬ ਜਿਹੜੇ ਨੇ ਉਹ ਦਿੰਦੇ ਜੇ ਰੋਟੀ, ਤਾਂ ਅਸੀਂ ਖਾਂਦੇ ਜੇ ਉੱਥੇ ਬਈ। ਅਸੀਂ ਬੜੇ ਮਜਬੂਰ ਹੋਏ ਹਾਂ, ਕਿਤੇ ਜਾ ਕੇ ਸਕੂਲਾਂ 'ਚ ਰਹਿਣ ਡਏ ਜੇ, ਜਿੱਥੇ ਸਾਡੀਆਂ ਨੂੰਹਾਂ, ਮੇਰੀਆਂ ਧੀਆਂ ਸਾਰੀਆਂ ਉੱਥੇ ਹੀ ਰਹਿਣ ਡੀਆਂ ਜੇ। ਫਿਰ ਸਾਡੇ ਇੱਥੇ ਵਾਕਫ ਸਨ ਕਾਰੀ ਸਾਹਿਬ, ਉਹਨਾਂ ਦਾ ਭਲਾ ਹੋਇਆ, ਉਹਨਾਂ ਸਾਨੂੰ ਆਪਣੇ ਕੋਲ ਰੱਖਿਆ। ਉਹਨਾਂ ਵਿਚਾਰਿਆਂ ਦਾ, ਉਹਨਾਂ ਦੀ ਵੀ ਕੰਧ ਪਾਟੀ, ਉਹਨਾਂ ਨੇ ਸਾਨੂੰ ਫਿਰ ਉੱਥੇ ਸਕੂਲ 'ਚ ਖੜਿਆ ਤੇ ਉੱਥੇ ਜਾ ਕੇ ਸਾਨੂੰ ਰੱਖਿਆ ਸੀ। ਉੱਥੇ ਹੀ ਰਹਿਣ ਡੇ, ਨਾਲ ਇੱਕ ਬਰਤਨ ਵੀ ਨਹੀਂ ਜਹਾਜ਼ ਤੋਂ ਚੁੱਕਿਆ। ਮੈਂ ਜੀ ਮਜ਼ਦੂਰੀ ਇੱਥੇ 20 ਸਾਲ ਹੋ ਗਏ ਨੇ ਮੈਨੂੰ ਆਇਆਂ ਨੂੰ, ਇੱਥੇ ਬਡਿਆਣੇ 'ਚ। ਮੈਂ 20 ਸਾਲ ਮਜ਼ਦੂਰੀ ਕੀਤੀ ਹੈ ਮਿਸਤਰੀਆਂ ਪਿੱਛੇ।
ਅੱਗੋਂ ਕੋਈ 10 ਸਾਲ ਹੋ ਗਏ ਨੇ। ਮੇਰਾ ਬੱਚਾ ਜਿਹੜਾ ਨਾ ਮਿਸਤਰੀਆਂ ਦਾ ਕੰਮ ਕਰਦਾ ਸੀ, ਉਹ ਜਿਉਂ ਕਰਨ ਲੱਗਿਆ ਉਹਨੇ ਕੀਤਾ ਹੈ। ਅਸੀਂ ਕੋਈ ਥੋੜ੍ਹੇ ਥੋੜ੍ਹੇ ਪੈਸੇ ਜਮ੍ਹਾਂ ਕਰਕੇ ਇੱਥੇ ਚੋਰੀ ਝੂਰ ਲਾਈ ਏ, ਉਹਦੇ ਕੋਲੋਂ ਅਸੀਂ ਇਹ ਜਗ੍ਹਾ ਖਰੀਦੀ। ਕੋਈ ਥੋੜ੍ਹੇ ਥੋੜ੍ਹੇ ਪੈਸੇ ਕਰਕੇ ਉਹਨੇ ਕਿਹਾ ਮੈਨੂੰ ਪੈਸੇ ਥੋੜ੍ਹੇ ਥੋੜ੍ਹੇ ਕਰਕੇ ਦੇਈ ਜਾ। ਮੈਂ ਉਹਨੂੰ ਥੋੜ੍ਹੇ ਥੋੜ੍ਹੇ ਪੈਸੇ ਕਰਕੇ ਦੇਈ ਗਿਆ। ਮੇਰੇ ਕੋਲ ਥੋੜ੍ਹੇ ਥੋੜ੍ਹੇ ਪੈਸੇ ਲਈ ਗਿਆ। ਮੈਂ ਉਹਦੇ ਪੈਸੇ ਜਦੋਂ ਮੁਕਾ ਦਿੱਤੇ ਨੇ, ਉਹਨੇ ਕਿਹਾ ਇੰਤਕਾਲ ਕਰਵਾ ਲੈ। ਮੈਂ ਇੰਤਕਾਲ ਕਰਕੇ ਦਿੱਤਾ ਹੈ ਉਹਨੇ। ਮੈਂ ਜਗ੍ਹਾ ਹੌਲੀ ਹੌਲੀ ਫਿਰ ਪੈਸੇ ਥੋੜ੍ਹੇ ਥੋੜ੍ਹੇ ਕਰਕੇ ਤੇ ਬਣਾਈ ਏ। ਪਹਿਲਾਂ ਨੀਆਂ ਭਰੀਆਂ, ਫਿਰ ਉੱਤੋਂ ਇਹ ਕੀਤਾ, ਹੌਲੀ ਹੌਲੀ ਥੋੜ੍ਹੇ ਥੋੜ੍ਹੇ ਪੈਸੇ ਬਣਾ ਕੇ ਤੇ ਮੈਂ ਕਰਦਾ ਰਿਹਾ। ਇਸ ਟਾਈਮ ਜਿਹੜਾ ਮੇਰਾ ਵੇਖੋ 4 ਚੁਫੇਰੇ ਪਾਣੀ, 5-5 4-4 ਫੁੱਟ ਅੰਦਰ ਪਾਣੀ ਹੋ ਗਿਆ ਹੈ। ਅਸੀਂ ਤੁਹਾਨੂੰ ਕੋਈ ਨਹੀਂ ਮਦਦ ਕਰਨ ਵਾਲਾ ਆਇਆ। ਅਸੀਂ ਆਪੀ ਅੱਛਾ, ਇੱਥੋਂ ਜਿਸ ਦਿਨ ਪਹਿਲੇ ਦਿਨ ਪਾਣੀ ਆਇਆ ਸੀ ਹਾਂਜੀ ਤੇ ਤੁਸੀਂ ਆਪਣੇ ਬੱਚਿਆਂ ਨੂੰ ਦੱਸਿਆ ਕਿ ਇੱਥੋਂ ਸਮਾਨ ਕੱਢ ਲਈਏ ਜਾਂ ਇੱਥੋਂ ਨਿਕਲ ਜਾਈਏ, ਹਾਂਜੀ। ਉਦੋਂ ਕਿਉਂ ਨਹੀਂ ਸਮਾਨ ਕਿਉਂ ਨਹੀਂ ਕੱਢਿਆ ਉਦੋਂ? ਉਦੋਂ ਸਮਾਨ ਕੱਢਣ ਦੀ ਹਿੰਮਤ ਹੀ ਨਹੀਂ ਹਜੇ ਪਈ। ਪਾਣੀ ਇੱਕਦਮ ਹੀ ਆ ਗਿਆ ਹੈ। ਸਾਨੂੰ ਪਤਾ ਹੀ ਨਹੀਂ ਲੱਗਾ ਕਿ ਅਸੀਂ ਇਹਨਾਂ ਨੂੰ ਸਮਾਨ ਨੂੰ ਛੇੜੀਏ ਜਾਂ ਨਾ ਛੇੜੀਏ। ਅਸੀਂ ਆਪਣੇ ਨਿੱਕੇ ਨਿੱਕੇ ਬੱਚੇ ਲੈ ਕੇ ਇੱਥੋਂ ਦੀ ਜਿਹੜਾ ਨੇ ਇਹ ਦੀਵਾਰਾਂ ਦੁਣੀ ਅਸੀਂ ਲੈ ਕੇ ਤੇ ਭੱਜੇ ਹਾਂ। ਪੌੜੀਆਂ ਲਾ ਕੇ ਅਗਲੀਆਂ ਤੈਵਾਂ ਤੇ ਬੱਚਿਆਂ ਨੂੰ ਚੁੱਕ ਕੇ ਇੱਕ ਇੱਕ ਬੱਚੇ ਨੂੰ ਲੈ ਕੇ ਨਾ ਚਾਰੇ ਮੇਰੇ ਪੁੱਤਰ ਤੇ ਸਾਨੂੰ ਇਸ ਤਰ੍ਹਾਂ ਕੱਢਦੇ ਰਹੇ ਹਾਂ। ਤੇ ਕੋਈ ਮਦਦ ਕਰਨ ਨਹੀਂ ਸਾਡੀ ਆਇਆ। ਅਸੀਂ ਆਪਣੀ ਤਹਿ ਤੇ ਆਪ ਹੀ ਮਦਦ ਕਰਕੇ ਤੇ ਇੱਥੋਂ ਨਿਕਲੇ ਹਾਂ। ਇਹ ਵੇਖ ਲਓ ਤੁਹਾਡੇ ਸਾਹਮਣੇ ਵੇ ਕਿ ਜਿਹੜਾ ਨਾ 4-4 5-5 ਫੁੱਟ ਤੇ ਅੰਦਰ ਪਾਣੀ ਜਿਹੜਾ ਨਾ ਫਿਰਦਾ ਹੀ ਪਿਆ। ਸਾਰੀਆਂ ਕੰਧਾਂ ਜਿਹੜੀਆਂ ਨੇ ਪਾਟ ਗਈਆਂ ਨੇ ਸਾਡੀਆਂ। 4 ਚੁਫੇਰੇ ਅਜੇ ਪਾਣੀ ਵੇਖ ਸਕਦੇ ਹੋ ਕਿ ਅਜੇ ਪਾਣੀ ਕਿੰਨਾ ਕੁ ਵੇ ਜਮਾ। ਤੇ ਜਿਹੜਾ ਮੈਂ ਤੇ ਜਿਹੜੀ ਹੈ ਨਾ ਬਰਬਾਦ ਹੋ ਗਿਆ। ਜੋ ਮੇਰੀ ਪੂੰਜੀ ਸੀ ਨਾ ਜਮ੍ਹਾਂ ਕੀਤੀ, ਮੈਂ ਸਾਰੀ ਲਾ ਕੇ ਅੱਗੋਂ ਬੱਚਿਆਂ ਦੀ ਸ਼ਾਦੀ ਕੀਤੀ ਏ। ਉਹ ਵੀ ਸਮਾਨ ਜਿਹੜਾ ਜਨਾ ਅਸੀਂ 4-5 ਦਿਨ ਬਾਅਦ ਆਏ ਹਾਂ ਅੰਦਰ ਤੇ ਵੇਖਿਆ ਤੇ ਸਾਰਾ ਸਮਾਨ ਇਹਨਾਂ ਦਾ ਗਲ ਗਿਆ ਹੈ। ਅਸੀਂ ਜਿਹੜੀ ਹੈ ਨਾ ਹਕੂਮਤ ਅੱਗੇ ਅਪੀਲ ਕਰਨੇ ਕਿ ਸਾਡੀ ਮਦਦ ਕੀਤੀ ਜਾਏ। ਸਾਰੀਆਂ ਅੰਦਰ ਕੰਧਾਂ ਪਾੜ ਗਈਆਂ ਨੇ। ਅਸੀਂ ਮਜਬੂਰ ਹਾਂ। ਕੋਈ ਸਾਨੂੰ ਕੋਈ ਪੁੱਛਦਾ नहीं कि खाना है कोई पीना है। गुर्बत की चक्की में पिसी हुई पाकिस्तान की गरीब आवाम, सैलाब की तबाहकारियों के बायस उजड़े हुए घर। नाजरीन, पाकिस्तान की जो आवाम है ये इस सैलाब की तबाहकारियों से बहुत ज़्यादा परेशान हो चुकी है, जिनके घर जो है वो बिल्कुल तबाह बर्बाद हो चुके हैं। घर का मुकम्मल सामान जो है वो बिल्कुल ही गल चुका है और इस टाइम पर जो लोग 2 वक्त की रोटी के लिए बिल्कुल मजबूर हो चुके थे, सारा कीमती सामान, कीमती इशियात, बच्चियों के जहेज तक जो है वो बिल्कुल तबाह बर्बाद हो गए हैं। वज़ीर आला पंजाब मरियम नवाज साहिबा, ये लोग आपकी इमदाद के मुंतज़र हैं। आज भी ये इस पानी के किनारे बैठकर अपनी बर्बादी का तमाशा देखकर आपकी इमदाद के ही मुंतज़र हैं। कहीं से आपका बुलावा आएगा जो इन गरीबों के आंसुओं को पहुंचेगा। जी नाज़रीन, इसी के साथ अपने मेज़बान सजाद अली को इजाज़त दीजिएगा। अल्लाह निगहबान।